ਤਾਂ ਜਿਹੜੀ ਕੋਹਿਨੂਰ ਦੀ ਗੱਲ ਹੈ ਇਹ ਤਾਂ ਬੜੀ ਕ੍ਰਿਸਟਲ ਕਲੀਅਰ ਗੱਲ ਹੈ ਭਾਰਤ ਦੇ ਵਿੱਚ ਵੀ ਜਿਹੜੇ ਅੰਗਰੇਜ਼ ਨੇ ਨਾ ਜੀ ਇਹ ਇਹਨਾਂ ਨੇ ਖੋਇਆ ਆ ਸਾਡੇ ਕੋਲੋਂ, ਇਹ ਜਿਹੜਾ ਹੀਰਾ ਹੈ ਸਾਡੇ ਕੋਲੋਂ ਕੋਹਿਨੂਰ ਖੋਇਆ ਆ। ਮਹਾਰਾਜਾ ਦਲੀਪ ਸਿੰਘ ਜੀ ਦੀ ਉਮਰ ਉਦੋਂ ਕਿੰਨੀ 6-7-8 ਸਾਲ ਰਹੀ ਹੋਣੀ ਆ। ਇਹਨਾਂ ਨੂੰ ਸ਼ਰਮ ਨਹੀਂ ਆਈ ਕਿ ਇਹਨਾਂ ਦੀ ਕੁਈਨ ਨੇ ਇੱਕ 6-7-8 ਸਾਲ ਦੇ ਬੱਚੇ ਦੇ ਨਾਲ ਸੰਧੀ ਕੀਤੀ, ਸੰਧੀ ਕਰਕੇ ਉਹਦੇ ਕੋਲੋਂ ਉਹ ਤੁਸੀਂ ਕੋਹਿਨੂਰ ਹਥਿਆ ਲਿਆ। ਤੇ ਮੈਂ ਅੱਜ ਗੱਲ ਪੁੱਛਦਾ ਵੀ ਕੀ ਇਹਨਾਂ ਦੇ ਮੁਲਕ ਦੇ ਵਿੱਚ ਅੱਜ ਇੰਡੀਆ ਦਾ ਕੋਈ ਬੰਦਾ ਮੈਂ ਹੀ ਉੱਠ ਕੇ ਜਾ ਕੇ ਇਹਨਾਂ ਦੇ ਮੁਲਕ ਦੇ ਵਿੱਚ ਇਹਨਾਂ ਦੇ 7 ਸਾਲ ਦੇ ਬੱਚੇ ਦੇ ਨਾਲ ਕੋਈ ਟ੍ਰੀਟੀ ਕਰ ਲਵਾਂ, ਕੋਈ ਸੰਧੀ ਕਰ ਲਵਾਂ, ਇਹ ਵੈਲਿਡ ਮੰਨਣਗੇ ਉਸ ਟ੍ਰੀਟੀ ਨੂੰ? ਇਹ ਕੀ 7 ਸਾਲ ਦੇ ਬੱਚੇ ਕੋਲੋਂ ਐਦਾਂ ਮਤਲਬ ਗਿਫਟ ਲੈਣਾ, ਉਹਨੂੰ ਵੀ ਉਹ ਵੀ ਆਪਣੇ ਮੁਲਕ 'ਚ ਬੁਲਾ ਕੇ ਆਪਣੇ ਕਮਰੇ 'ਚ ਵਿੱਚ, ਕੀ ਇਹ ਜਾਇਜ਼ ਹੈ? ਜਦ ਕਿ ਉਸ ਬੱਚੇ ਦੀ ਮਦਰ ਉਸ ਵੇਲੇ ਜਿੰਦਾ ਸੀ, ਜਿਹੜੀ ਉਹਨੂੰ ਗਾਈਡ ਕਰ ਸਕਦੀ ਸੀ ਕਿ ਬੇਟਾ ਅਸੀਂ ਦੇਣਾ ਜਾਂ ਨਹੀਂ ਦੇਣਾ, ਜਾਂ ਇਹ ਸਾਡੀ ਵਿਰਾਸਤ ਦੀ ਚੀਜ਼ ਆ। ਮਦਰ ਨੂੰ ਸਾਈਡ 'ਤੇ ਕਰਕੇ ਬੱਚੇ ਨੂੰ ਮੂਹਰੇ ਕਰਕੇ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ ਵੀ ਮਾਂ ਨੂੰ ਪੁੱਤ ਤੋਂ ਲੱਗ ਕਰਕੇ ਪੁੱਤ ਤੋਂ ਤੁਸੀਂ ਚੀਜ਼ ਖੋਹ ਲਈ। ਅਤੇ ਜੇ ਮਾਂ ਉਹਨੂੰ ਸਮਝਾਉਣ ਵਾਲੀ ਹੁੰਦੀ ਵੀ ਬੇਟਾ ਇਹ ਨਹੀਂ ਦੇਣਾ ਬਣਦਾ, ਤਾਂ ਕਿਸੇ ਵੀ ਹਾਲਾਤ ਦੇ ਵਿੱਚ ਟ੍ਰੀਟੀ ਹੋ ਹੀ ਨਹੀਂ ਸੀ ਸਕਦੀ। ਕੋਹਿਨੂਰ ਨੂੰ ਲੈ ਕੇ ਲੁਧਿਆਣਾ ਦੇ ਆਰਟੀਆਈ ਜਿਹੜੇ ਰੋਹਿਤ ਸੱਭਰਵਾਲ ਨੇ ਉਹਨਾਂ ਵੱਲੋਂ ਇੱਕ ਆਰਟੀਆਈ ਪਾਈ ਗਈ ਆ। ਗੱਲਬਾਤ ਵੀ ਕਰਾਂਗੇ, ਰੋਹਿਤ ਸੱਭਰਵਾਲ ਮੇਰੇ ਨਾਲ ਮੌਜੂਦ ਨੇ। ਸੋ ਇਹ ਉਹ ਆਰਟੀਆਈ ਹੈ ਜਿਹੜੀ ਭਾਰਤ ਸਰਕਾਰ ਤੋਂ ਜਵਾਬ ਮੰਗਿਆ ਵਾ ਕਿ ਕੋਹਿਨੂਰ ਜਿਹੜਾ ਵਾ ਜੋ ਲੰਡਨ ਦੇ ਵਿੱਚ ਪਿਆ ਹੋਇਆ ਵਾ ਇਸ ਨੂੰ ਕੀ ਗਿਫਟ ਦਿੱਤਾ ਗਿਆ ਵਾ, ਕੀ ਇਹ ਚੋਰੀ ਹੋਇਆ ਵਾ। ਸੋ ਇਸ ਦਾ ਜਵਾਬ ਵੀ ਜਿਹੜਾ ਵਾ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਵਾ। ਸੋ ਗੱਲਬਾਤ ਕਰ ਲੈਂਦੇ ਰੋਹਿਤ ਸੱਭਰਵਾਲ ਜੀ ਨਾਲ। ਰੋਹਿਤ ਜੀ, ਇੱਕ ਆਰਟੀਆਈ ਪਾਈ ਆ, ਭਾਰਤ ਸਰਕਾਰ ਤੋਂ ਜਵਾਬ ਮੰਗਿਆ ਕਿ ਜਿਹੜਾ ਕੋਹਿਨੂਰ ਆ ਜਿਹੜਾ ਕਿ ਭਾਰਤ ਦੀ ਵਿਰਾਸਤ ਆ, ਇਸ ਨੂੰ ਚੋਰੀ ਕੀਤਾ ਗਿਆ ਵਾ ਜਾਂ ਫਿਰ ਇਸ ਨੂੰ ਜਿਹੜਾ ਵਾ ਗਿਫਟ ਦਿੱਤਾ ਗਿਆ ਵਾ। ਸੋ ਉਸ ਦਾ ਕੀ ਜਵਾਬ ਆਇਆ ਵਾ, ਕਿਸ ਤਰ੍ਹਾਂ ਇਹ ਆਰਟੀਆਈ ਪਾਈ ਸੀ, ਕਿਉਂ ਪਾਈ ਸੀ ਤੁਸੀਂ? ਦੇਖੋ ਜੀ, ਸੰਨ 2017 ਦਸੰਬਰ ਦੇ ਵਿੱਚ ਮੈਂ ਆਪਣੀ ਫੈਮਿਲੀ ਟੂਰ ਦੇ ਉੱਤੇ ਲੰਡਨ ਗਿਆ ਅਤੇ ਉੱਥੇ ਟਾਵਰ ਆਫ ਲੰਡਨ ਇੱਕ ਜਗ੍ਹਾ ਹੈ, ਉੱਥੇ ਅੰਗਰੇਜ਼ਾਂ ਨੇ ਇਕੱਲਾ ਇੰਡੀਆ ਤੋਂ ਨਹੀਂ ਵਰਲਡ ਵਾਈਡ ਕਾਫੀ ਜਗ੍ਹਾ ਤੋਂ ਜਿੱਥੋਂ ਸਮਾਨ ਖੋਇਆ ਉਹ ਖੋਹ ਕੇ ਕਾਫੀ ਮਤਲਬ ਜਿਹੜਾ ਸਮਾਨ ਹੈ ਡਿਸਪਲੇ ਕੀਤਾ ਹੋਇਆ। ਔਰ ਇੰਡੀਆ ਦਾ ਤਾਂ ਬਹੁਤ ਹੀ ਸਮਾਨ ਉੱਥੇ ਜਿਹੜਾ ਗੋਲਡ ਦੀਆਂ ਵੱਡੀਆਂ ਵੱਡੀਆਂ ਪਲੇਟਾਂ, ਕੋਹਿਨੂਰ ਡਾਇਮੰਡ ਸਾਰਾ ਕੁਛ ਪਿਆ। ਇਹਨੂੰ ਦੇਖਣ ਦੇ ਲਈ ਲਗਭਗ ਘੱਟੋ ਘੱਟ 4-5 ਘੰਟੇ ਦੀ ਵੇਟਿੰਗ ਲੱਗ ਜਾਂਦੀ ਆ। 4-5 ਘੰਟੇ ਦੀ ਵੇਟਿੰਗ ਦੇ ਵਿੱਚ ਜਦੋਂ ਅਸੀਂ ਹਾਲ ਦੇ ਅੰਦਰ ਪਹੁੰਚੇ ਤਾਂ ਮੈਂ ਉਹਨੂੰ ਜਿਹੜੇ ਸਿਕਿਉਰਿਟੀ ਗਾਰਡ ਸੀ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿੱਦਾਂ, ਵੀ ਤੁਸੀਂ ਇੱਥੇ ਲਿਖਿਆ, ਉੱਥੇ ਲਿਖਿਆ ਹੁੰਦਾ ਵੀ ਗਿਫਟ ਬਾਏ ਇੰਡੀਆ, ਵੀ ਇਹ ਗਿਫਟ ਕੀਤਾ ਹੈ ਕੀ ਹੈ? ਉਹ ਕਹਿੰਦੇ ਜੀ ਗਿਫਟ ਕੀਤਾ। ਅਤੇ ਮੈਂ ਕਿਹਾ ਆਰ ਯੂ ਸ਼ੋਰ ਵੀ ਗਿਫਟ ਕੀਤਾ? ਕਹਿੰਦਾ ਹਾਂਜੀ ਹਾਂਜੀ ਗਿਫਟ ਕੀਤਾ ਜੀ। ਚਲੋ ਉਹਨੂੰ ਤੁਸੀਂ ਜਾਂਦੇ ਹੋ ਲੰਡਨ ਤਾਂ ਤੁਸੀਂ 2 ਵਾਰੀ 4 ਵਾਰੀ 6 ਵਾਰੀ ਜਿੱਦੀ ਤੱਕ ਤੁਹਾਡਾ ਮਨ ਨਹੀਂ ਭਰਦਾ ਤੁਸੀਂ 19 ਵਾਰੀ ਚੱਕਰ ਲਗਾ ਕੇ ਦੇਖ ਸਕਦੇ ਹੋ, ਕਿਉਂਕਿ ਬੈਲਟ ਚੱਲਦੀ ਹੈ, ਬੈਲਟ ਤੋਂ ਘੁੰਮ ਕੇ ਦੁਬਾਰੇ ਫੇਰ ਆ ਜਾਓ। ਮੈਂ ਫਿਰ ਆ ਕੇ ਪ੍ਰਧਾਨ ਮੰਤਰੀ ਕਾਰਿਆਲਿਆ ਨੂੰ, ਪ੍ਰਾਈਮ ਮਿਨਿਸਟਰ ਆਫਿਸ ਨੂੰ ਇੱਕ ਆਰਟੀਆਈ ਪਾਈ ਵੀ ਜਿਹੜਾ ਇਹ ਕੋਹਿਨੂਰ ਡਾਇਮੰਡ ਜਿਹੜਾ ਇਹ ਹੈਗਾ ਇਹ ਗਿਫਟ ਕੀਤਾ ਗਿਆ ਸੀ ਜਾਂ ਕੋਈ ਦੇਅਰ ਵਾਜ਼ ਐਨੀ ਅਦਰ ਰੀਜ਼ਨ, ਕੋਈ ਹੋਰ ਕਾਰਨ ਸੀਗਾ ਜਿਹੜਾ ਇਹ ਇਹਨਾਂ ਦੇ ਇਹਨਾਂ ਨੂੰ ਪੋਜੈਸ਼ਨ 'ਚ ਚਲਿਆ ਗਿਆ ਤੁਹਾਡੇ ਇੰਗਲੈਂਡ ਦੇ ਲੰਡਨ। ਉਹਨਾਂ ਨੇ ਫਿਰ ਮੈਨੂੰ ਇਹ ਜਵਾਬ ਦਿੱਤਾ, ਭਾਰਤ ਸਰਕਾਰ ਦੀ ਗਵਰਨਮੈਂਟ ਆਫ ਇੰਡੀਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹੜੀ ਇਹਨਾਂ ਦੀ ਏਜੰਸੀ ਹੈ ਜਿਹੜਾ ਕਿ ਸਾਰਾ ਰਿਕਾਰਡ ਪੁਰਾਣਾ ਭਾਰਤ ਦਾ ਰੱਖਦੀ ਹੈ, ਉਹ ਕਹਿੰਦੇ ਜੀ ਐਜ਼ ਪਰ ਦੀ ਰਿਕਾਰਡ ਲਾਹੌਰ ਟਰੀਟੀ ਹੈਲਡ ਬਿਟਵੀਨ ਲਾਰਡ ਡਲਹੌਜ਼ੀ ਐਂਡ ਮਹਾਰਾਜਾ ਦਲੀਪ ਸਿੰਘ ਇਨ 1849 ਦੇ ਵਿੱਚ ਇੱਕ ਸੰਧੀ ਹੁੰਦੀ ਹੈ ਲਾਰਡ ਡਲਹੌਜ਼ੀ ਦੀ ਔਰ ਮਹਾਰਾਜਾ ਦਲੀਪ ਸਿੰਘ ਦੀ। ਕੋਹਿਨੂਰ ਡਾਇਮੰਡ ਵਾਸ ਸਰੈਂਡਰਡ ਬਾਏ ਮਹਾਰਾਜਾ ਆਫ ਲਾਹੌਰ ਟੂ ਦੀ ਕੁਈਨ ਆਫ ਇੰਗਲੈਂਡ। ਮਹਾਰਾਜਾ ਦਲੀਪ ਸਿੰਘ ਜੀ ਵੱਲੋਂ ਕੁਈਨ ਆਫ ਇੰਗਲੈਂਡ ਨੂੰ ਇਹ ਸਰੈਂਡਰ ਕੀਤਾ ਜਾਂਦਾ ਹੈ। ਦਾ ਐਕਸਟੈਂਟ ਆਫ ਦੀ ਟਰੀਟੀ ਇਜ਼ ਐਜ਼ ਅੰਡਰ, ਮਤਲਬ ਜਿਹੜੀ ਉਹ ਸੰਧੀ ਸੀ ਉਹਨੂੰ ਲਿਖਿਆ ਗਿਆ ਹੋਊਗਾ ਔਰ ਉਹਦਾ ਜਿਹੜਾ ਆਪਰੇਟਿਵ ਪਾਰਟ ਆ ਜਿਹਨੂੰ ਕਹਿ ਦਿੰਦੇ ਆ ਜੋ ਕੰਮ ਦੀ ਗੱਲ ਆ ਉਹ ਇਹ ਆ, ਦਾ ਜੈਮ ਕਾਲਡ ਕੋਹਿਨੂਰ ਵਿਚ ਵਾਜ਼ ਟੇਕਨ ਫਰੋਮ ਸ਼ਾਹ ਸੁਲ ਮੁਲਕ ਬਾਏ ਮਹਾਰਾਣਾ ਰਣਜੀਤ ਸਿੰਘ। ਮਹਾਰਾਣਾ ਰਣਜੀਤ ਸਿੰਘ ਜੀ ਨੇ ਜਿਸ ਬੰਦੇ ਕੋਲੋਂ ਇਹ ਲਿੱਤਾ ਸੀ, ਜਿੱਤਿਆ ਸੀ, shall be surrendered by the Maharaja of Lahore to the Queen of the England. The content of the treaty indicated that the Kohinoor was not handed over to British on the wishes of the Dalip Singh. ਵੀ ਮਹਾਰਾਜਾ ਦਲੀਪ ਸਿੰਘ ਦੀ ਕੋਈ ਮਰਜ਼ੀ ਨਹੀਂ ਸੀਗੀ, ਉਹਨਾਂ ਦੀ ਇੱਛਾ ਦੇ ਵਿਰੁੱਧ ਇਹ ਟਰੀਟੀ ਕਰਕੇ ਤੇ ਉਹਨਾਂ ਕੋਲੋਂ ਇਹ ਲੈ ਲਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਮੋਰ ਓਵਰ ਦਲੀਪ ਸਿੰਘ ਵਾਜ਼ ਏ ਮਾਈਨਰ ਐਟ ਦਾ ਟਾਈਮ ਆਫ ਦੀ ਟਰੀਟੀ। ਨਾ ਹੁਣ ਜਦੋਂ ਇੱਕ ਬੱਚਾ, ਮਹਾਰਾਜਾ ਦਲੀਪ ਸਿੰਘ ਜੀ ਦੀ ਉਮਰ ਉਦੋਂ ਕਿੰਨੀ 6-7-8 ਸਾਲ ਰਹੀ ਹੋਣੀ ਆ,
ਇਹਨਾਂ ਨੂੰ ਸ਼ਰਮ ਨਹੀਂ ਆਈ ਕਿ ਇਹਨਾਂ ਦੀ ਕੁਈਨ ਨੇ ਇੱਕ 6-7-8 ਸਾਲ ਦੇ ਬੱਚੇ ਦੇ ਨਾਲ ਸੰਧੀ ਕੀਤੀ। ਸੰਧੀ ਕਰਕੇ ਉਹਦੇ ਕੋਲੋਂ ਉਹ ਤੁਸੀਂ ਕੋਹਿਨੂਰ ਹਥਿਆ ਲਿਆ। ਤੇ ਮੈਂ ਅੱਜ ਗੱਲ ਪੁੱਛਦਾ ਵੀ ਕੀ ਇਹਨਾਂ ਦੇ ਮੁਲਕ ਦੇ ਵਿੱਚ ਅੱਜ ਇੰਡੀਆ ਦਾ ਕੋਈ ਬੰਦਾ ਮੈਂ ਹੀ ਉੱਠ ਕੇ ਜਾ ਕੇ ਇਹਨਾਂ ਦੇ ਮੁਲਕ ਦੇ ਵਿੱਚ ਇਹਨਾਂ ਦੇ 7 ਸਾਲ ਦੇ ਬੱਚੇ ਦੇ ਨਾਲ ਕੋਈ ਟ੍ਰੀਟੀ ਕਰ ਲਵਾਂ, ਕੋਈ ਸੰਧੀ ਕਰ ਲਵਾਂ, ਇਹ ਵੈਲਿਡ ਮੰਨਣਗੇ ਉਸ ਟ੍ਰੀਟੀ ਨੂੰ? ਕਦੇ ਨਹੀਂ ਮੰਨਣਗੇ। ਕਿਉਂਕਿ ਜੀ ਸਾਡੇ ਦੇ ਉਹ ਮਾਈਨਰ ਹੈ ਤੇ ਹੀ ਵਾਜ਼ ਨਾਟ ਇਨ ਦੀ ਕੈਪੈਸਿਟੀ, ਉਹ ਮੇਜਰ ਨਹੀਂ ਹੈਗਾ ਕਿ ਉਹ ਤੁਹਾਡੇ ਨਾਲ ਟ੍ਰੀਟੀ ਕਰ ਲੇ। ਤੇ ਇਸ ਕੇਸ ਦੇ ਵਿੱਚ ਤੁਸੀਂ ਟ੍ਰੀਟੀ ਕਿੱਦਾਂ ਕਰ ਲਈ? ਦੇਖੋ ਇਹ ਰਿਕਾਰਡ ਭਾਰਤ ਸਰਕਾਰ ਦਾ, ਗਵਰਨਮੈਂਟ ਆਫ ਇੰਡੀਆ ਦੇ ਰਿਕਾਰਡ ਦੇ ਵਿੱਚੋਂ ਪਿਆ ਜਿਹੜਾ ਕਢਾ ਕੇ ਲਿਆਂਦਾ ਗਿਆ ਆ। ਔਰ ਮੈਨੂੰ ਨਹੀਂ ਸਮਝ ਆਉਂਦਾ ਪਿਆ ਕਿ ਭਾਰਤ ਸਰਕਾਰ ਨੇ ਹੁਣ ਤੱਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਅਪਰੋਚ ਕਿਉਂ ਨਹੀਂ ਕੀਤਾ ਇਹ ਹੀਰਾ ਵਾਪਸ ਲੈਣ ਦੇ ਲਈ। ਇਹ ਹੀਰਾ ਜੋ ਕਿ ਸ਼ੁਰੂ ਤੋਂ ਸੁਣਨ ਚ ਆ ਰਹੇ ਹਾਂ ਵੀ ਸਾਊਥ ਦੇ ਮੰਦਰਾਂ ਦੇ ਵਿੱਚ ਕਿਸੇ ਮੂਰਤੀ ਦੀ ਅੱਖ ਦੇ ਵਿੱਚ ਲੱਗਿਆ ਸੀ, ਫਿਰ ਅਫਗਾਨਿਸਤਾਨ ਤੇ ਹੋਰ ਕਈ ਕੰਟਰੀਆਂ, ਕਈ ਇਹਦੇ ਪਿੱਛੇ ਵਾਰ ਹੋਈਆਂ ਤੇ ਅਖੀਰ 'ਚ ਮਹਾਰਾਣਾ ਰਣਜੀਤ ਸਿੰਘ ਜੀ ਕੋਲੇ ਆ ਗਿਆ, ਫਿਰ ਦਲੀਪ ਸਿੰਘ ਜੀ ਕੋਲੇ ਆ ਗਿਆ। ਦਲੀਪ ਸਿੰਘ ਜੀ ਕੋਲੋਂ ਇਹਨਾਂ ਨੇ ਇੰਗਲੈਂਡ ਦੀ ਮਹਾਰਾਣੀ ਨੇ ਉਹ ਹੀਰਾ ਖੋਹ ਲਿਆ। ਇਹਨੂੰ ਖੋਹ ਹੀ ਲਵਾਂਗੇ, ਬਿਲਕੁਲ ਖੋਇਆ, ਕਿਉਂਕਿ ਕਿਸੇ ਮਾਈਨਰ ਬੱਚੇ ਨਾਲ ਕੋਈ ਸੰਧੀ ਜਾਂ ਸਮਝੌਤਾ ਨਹੀਂ ਹੁੰਦਾ, ਠੀਕ ਹੈ ਨਾ। ਤੇ ਕਿਉਂਕਿ ਸਭ ਨੂੰ ਪਤਾ ਹੈ ਕਿ ਜਿਸ ਵੇਲੇ ਮਹਾਰਾਣਾ ਦਲੀਪ ਸਿੰਘ ਜੀ ਨੂੰ ਇੱਥੇ ਰੱਖਿਆ ਗਿਆ, ਉਹਨਾਂ ਦੀ ਮਦਰ ਨੂੰ ਉਸ ਵੇਲੇ ਇਹਨਾਂ ਨੇ ਨੇਪਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਸੀਗਾ। ਅਗਰ ਸੰਧੀ ਕਰਨੀ ਸੀ ਤਾਂ ਬੁਲਾ ਕੇ ਉਹਨਾਂ ਦੀ ਮਦਰ ਦੀ ਉਹਦੇ ਵਿੱਚ ਕਸਟਡੀ ਦੇ ਵਿੱਚ ਸੰਧੀ ਕਰਦੇ। ਤੁਸੀਂ ਛੋਟੀ ਉਮਰ 'ਚ ਸੰਧੀ ਕਰ ਲਈ, ਛੋਟੀ ਉਮਰ 'ਚ। ਦੇਖੋ ਨਾ, ਉਹਨਾਂ ਨੂੰ ਤਾਂ ਪਹੁੰਚਾਤਾ ਇੰਗਲੈਂਡ, ਉਹਨਾਂ ਦੀ ਮਦਰ ਨੂੰ ਪਹੁੰਚਾ ਦਿੱਤਾ ਇਹਨਾਂ ਨੇ ਨੇਪਾਲ, ਠੀਕ ਹੈ। ਉਹਨਾਂ ਨੂੰ ਕਿਸ ਸਰਕਮਸਟੈਂਸਿਸ ਦੇ ਵਿੱਚ ਡਰਾ ਕੇ ਜਾਂ ਕਿਸੇ ਵੀ ਤਰੀਕੇ ਉਹਨਾਂ ਤੋਂ ਇਹ ਸੰਧੀ ਕਰ ਲਈ 7-8 ਸਾਲ ਦੇ ਬੱਚੇ ਨਾਲ ਇਹਨਾਂ ਅੰਗਰੇਜ਼ਾਂ ਨੇ। ਕਿਉਂਕਿ ਜਿਹੜੇ ਗੋਰੇ ਹੁੰਦੇ ਆ ਨਾ, ਇਹ ਦਿਲ ਦੇ ਬਹੁਤ ਕਾਲੇ ਹੁੰਦੇ ਆ, ਇਹ ਬੜੀ ਕਲੀਅਰ ਗੱਲ ਹੈਗੀ ਆ। ਤੇ ਇਹਨਾਂ ਨੇ ਮਤਲਬ ਇੱਕ ਸੰਧੀ ਕਰ ਲਈ ਇਹ 7-8 ਸਾਲ ਦੇ ਬੱਚੇ ਨਾਲ, ਮਹਾਰਾਜਾ ਦਲੀਪ ਸਿੰਘ ਜੀ ਨਾਲ। ਚਾਹੀਦਾ ਇਹ ਸੀ ਵੀ ਉਹਨਾਂ ਦੀ ਮਦਰ ਨੂੰ ਬੁਲਾ ਕੇ ਉਹਨਾਂ ਦੀ ਕੰਸੈਂਟ ਦੇ ਨਾਲ ਸੰਧੀ ਕਰਦੇ, ਫਿਰ ਦੇਖਦੇ ਵੀ ਉਹਨਾਂ ਦੇ ਮਦਰ ਮੰਨਦੇ ਜਾਂ ਨਹੀਂ ਮੰਨਦੇ। ਕਿਉਂਕਿ ਲਾਸਟ ਇੱਕ ਅਸੀਂ ਇਹਦੇ ਵਿੱਚ ਹਿਸਟਰੀ ਪੜ੍ਹੀ, ਲਾਸਟ ਦੇ ਵਿੱਚ ਉਹਨਾਂ ਦੇ ਮਦਰ ਨੇ ਹੀ ਉਹਨਾਂ ਨੂੰ ਇੰਸਪਾਇਰ ਕੀਤਾ ਵੀ ਤੁਹਾਨੂੰ ਕੋਹਿਨੂਰ ਵਾਪਸ ਲੈਣਾ ਚਾਹੀਦਾ, ਤੁਹਾਨੂੰ ਪੰਜਾਬ ਵਾਪਸ ਲੈਣਾ ਚਾਹੀਦਾ। ਦੈਨ ਮਹਾਰਾਜਾ ਦਲੀਪ ਸਿੰਘ ਦੁਆਰਾ ਲੜਨ ਦੇ ਲਈ ਨਿਕਲਦੇ ਆ, ਰਸਤੇ 'ਚ ਹੀ ਰਹਿ ਜਾਂਦੇ ਨੇ, ਕੁਝ ਸਾਥ ਨਹੀਂ ਮਿਲਦਾ। ਬੜਾ ਇਹ ਹਿਸਟਰੀ ਚੱਲੀ ਆ ਰਹੀ ਹੈਗੀ ਆ। ਤਾਂ ਜਿਹੜੀ ਕੋਹਿਨੂਰ ਦੀ ਗੱਲ ਹੈ, ਇਹ ਤਾਂ ਬੜੀ ਕ੍ਰਿਸਟਲ ਕਲੀਅਰ ਗੱਲ ਹੈ ਭਾਰਤ ਦੇ ਵਿੱਚ ਵੀ ਜਿਹੜੇ ਅੰਗਰੇਜ਼ ਨੇ ਨਾ ਜੀ, ਇਹ ਕਿ ਇਹਨਾਂ ਨੇ ਖੋਇਆ ਆ ਸਾਡੇ ਕੋਲੋਂ। ਇਹ ਜਿਹੜਾ ਹੀਰਾ ਹੈ ਸਾਡੇ ਕੋਲੋਂ ਕੋਹਿਨੂਰ ਖੋਇਆ ਆ ਸਾਡੇ ਕੋਲੋਂ। ਸੋ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਸਰਕਾਰਾਂ ਨੂੰ ਯਤਨ ਕਰਨੇ ਚਾਹੀਦੇ, ਤੁਹਾਨੂੰ ਲੱਗਦਾ ਕਿ ਸਰਕਾਰਾਂ ਨੇ ਯਤਨ ਕੀਤੇ ਵਾਪਸ ਲੈਣ ਦੇ ਲਈ? ਦੇਖੋ ਇਹਦੇ ਬਾਰੇ ਹੁਣ ਕੁਝ ਫਰੈਸ਼ ਐਪਲੀਕੇਸ਼ਨ ਪਾ ਕੇ ਜ਼ਰੂਰ ਪੁੱਛਣਾ ਬਣਦਾ ਹੈ ਵੀ ਆਹ ਜਿਹੜਾ ਤੁਹਾਡੇ ਕੋਲ 1849 ਦੇ ਵਿੱਚ ਇਹਨਾਂ ਨੇ ਲੈ ਲਿਆ, ਇਹਨੂੰ ਵਾਪਸ ਲਿਆਉਣ ਦੇ ਲਈ ਤੁਸੀਂ ਜੋ ਵੀ ਐਫਰਟਸ ਕੀਤੇ ਨੇ ਸਾਨੂੰ ਉਹਨਾਂ ਦੀਆਂ ਤੁਸੀਂ ਕਾਪੀਆਂ ਪ੍ਰੋਵਾਈਡ ਕਰ ਦਿਓ। ਲੇਕਿਨ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨਾ ਜੀ, ਇਹਦਾ ਰਿਕਾਰਡ ਬੜਾ ਪੁਰਾਣਾ ਤੇ ਇਹਦੇ ਜਿਹੜੇ ਪੇਜਿਸ ਦੀ ਹਾਲਤ ਹੈ ਨਾ ਉਹ ਬਹੁਤ ਅੱਛੀ ਨਹੀਂ ਹੈਗੀ। ਤੇ ਉਹ ਫਿਰ ਕਈ ਸੈਂਕੜੇ ਪੇਜ ਬਣ ਜਾਂਦੇ ਨੇ, ਫਿਰ ਉਹ ਕਹਿ ਦਿੰਦੇ ਨੇ ਜੀ ਵੀ ਅਗਰ ਅਸੀਂ ਪੇਜ ਕੱਢ ਕੇ ਫੋਟੋਕਾਪੀ ਕਰਾਂਗੇ ਤਾਂ ਉਹ ਡੈਮੇਜ ਹੋਣ ਦੇ ਚਾਂਸਿਸ ਹੈਗੇ ਆ। ਕਿਉਂਕਿ ਜਿਹੜਾ ਕਾਗਜ਼ 150 ਸਾਲ ਪੁਰਾਣਾ ਹੈ, ਤੁਸੀਂ ਵੀ ਸਮਝ ਸਕਦੇ ਹੋ ਵੀ ਉਹਦੀ ਕਿੱਦਾਂ ਦੀ ਹਾਲਤ ਹੋ ਗਈ ਹੋਊਗੀ। ਉਹਨੂੰ ਅਗਰ ਕੱਢਾਂਗੇ ਫਿਰ ਫੋਟੋਕਾਪੀ ਕਰਾਂਗੇ, ਚਲੋ ਖੈਰ ਮੰਗਿਆ ਜਾ ਸਕਦਾ, ਕਿਹਾ ਜਾ ਸਕਦਾ ਵੀ ਇਹਦੀ ਫੋਟੋ ਖਿੱਚ ਕੇ ਜਾਂ ਕਿਸੇ ਤਰੀਕੇ ਦੇ ਦਿਓ। ਹਾਲਾਤ ਹੀ ਕਾਗਜ਼ਾਂ ਦੇ ਮਾੜੇ ਨੇ ਤੇ ਤੁਹਾਨੂੰ ਲੱਗਦਾ ਕਿ ਹੀਰਾ ਵਾਪਸ ਆ ਜਾਏਗਾ? ਭਾਰਤ ਦੀ ਵਿਰਾਸਤ ਹੈਗੀ ਹੈ। ਸਵਾਲ ਕਾਗਜ਼ ਮਾੜੇ ਹੋਣ ਦੀ ਗੱਲ ਨਹੀਂ। ਸਵਾਲ ਇਹ ਹੈ ਕਿ ਹੀਰੇ ਦੀ ਮਾਲਕੀ ਮਹਾਰਾਜਾ ਦਲੀਪ ਸਿੰਘ ਜੀ ਕੋਲੇ ਸੀ, ਮੀਨਸ ਪੰਜਾਬ ਕੋਲੇ ਸੀ, ਠੀਕ ਹੈ, ਕਿਉਂਕਿ ਪੰਜਾਬ ਦੇ ਰਾਜਾ ਸੀਗੇ, ਪੰਜਾਬ ਕੋਲੇ ਮਾਲਕੀ ਸੀ। ਤਾਂ ਕਿਸ ਕਪੈਸਿਟੀ ਦੇ ਵਿੱਚ ਇੰਗਲੈਂਡ ਨੇ ਇੱਕ ਮਾਈਨਰ ਜਿਹੜੇ ਮਹਾਰਾਜਾ ਸੀਗੇ ਉਹਨਾਂ ਕੋਲੋਂ ਉਹ ਲੈ ਲਿਆ, 7 ਸਾਲ ਦੇ ਬੱਚੇ ਕੋਲੋਂ ਲੈ ਲਿਆ। ਕੀ ਕਹਿ ਕੇ ਲੈ ਲਿਆ, ਕਿੱਦਾਂ ਲੈ ਲਿਆ, ਡਰਾ ਧਮਕਾ ਕੇ ਲੈ ਲਿਆ, ਕਿੱਦਾਂ ਲੈ ਲਿਆ, ਠੀਕ ਹੈ। ਕਾਗਜ਼ਾਂ ਦੀ ਕੋਈ ਗੱਲ ਨਹੀਂ ਹੈਗੀ। ਜਦੋਂ ਓਨਰਸ਼ਿਪ ਸਾਡੀ ਹੈ, ਬਰਡਨ ਆਫ ਪ੍ਰੂਫ ਤਾਂ ਉਹਨਾਂ ਦੇ ਉੱਤੇ ਆ, ਇੰਗਲੈਂਡ ਦੇ ਉੱਤੇ ਬਰਡਨ ਆਫ ਪ੍ਰੂਫ ਆ ਵੀ ਜੇ ਮੈਂ ਅੱਜ ਕਹਿੰਦਾ ਵੀ ਮੈਂ ਤੁਹਾਡੀ ਇੱਥੇ ਕੋਈ ਮੰਨ ਲਓ 200 ਕਰੋੜ ਦੀ ਜਾਂ 500 ਕਰੋੜ ਦੀ ਜਾਇਦਾਦ ਖਰੀਦ ਲੈਣਾ ਮੈਂ ਕੌੜੀਆਂ ਦੇ ਭਾਅ ਤੋਂ ਕਿਸੇ 7 ਸਾਲ ਦੇ ਬੱਚੇ ਤੋਂ ਕੋਈ ਸੰਧੀ ਕਰਕੇ ਉਹਦੇ ਨਾਲ, ਤੁਸੀਂ ਉਹਨੂੰ ਵੈਲਿਡ ਮੰਨੋਗੇ? ਤੁਸੀਂ ਕਦੇ ਨਹੀਂ ਵੈਲਿਡ ਮੰਨੋਗੇ। ਕਿਉਂਕਿ ਤੁਹਾਡੇ ਮੁਲਕ ਦੇ ਮਾਈਨਰ ਨਾਲ ਹੋ ਰਿਹਾ ਆ। ਹੁਣ ਸਾਡੇ ਮੁਲਕ ਦੇ ਮਾਈਨਰ ਨਾਲ ਹੋਇਆ, ਅਸੀਂ ਗੁਲਾਮ ਸੀਗੇ, ਸਾਡੇ ਮੁਲਕ ਦੇ ਮਾਈਨਰ ਨਾਲ ਹੋਇਆ ਤਾਂ ਠੀਕ, ਉਹਨਾਂ ਦੇ ਮੁਲਕ ਦੇ ਮਾਈਨਰ ਨਾਲ ਹੁੰਦਾ ਤਾਂ ਗਲਤ। ਸੋ ਇਹ ਤਾਂ ਇਹਨਾਂ ਦੀ ਲੁੱਟ ਹੀ ਸੀਗੀ, ਜਿਸ ਤਰੀਕੇ ਨਾਲ ਇਹਨਾਂ ਨੇ ਲੁੱਟਿਆ। ਰੋਹਿਤ ਜੀ, ਕਿਸ ਤਰ੍ਹਾਂ ਫਿਰ ਇਹ ਵਾਪਸ ਆ ਸਕਦਾ ਵਾ? ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਜਿਹੜੀ ਇੰਟਰਨੈਸ਼ਨਲ ਕੋਰਟਾਂ ਹੈਗੀਆਂ ਉਹਦੇ 'ਚ ਜਾਣਾ ਚਾਹੀਦਾ ਵਾ? ਦੇਖੋ ਹੁਣ ਇੱਥੇ ਜਾਦਵ ਵਾਲਾ ਕੇਸ ਹੋਇਆ, ਉਹਦੇ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਹ ਗਏ,
ਇਹਨਾਂ ਨੂੰ ਚਾਹੀਦਾ ਵੀ ਜੋ ਪ੍ਰੋਸੀਜਰ ਹੈਗਾ, ਮੈਨੂੰ ਨਹੀਂ ਪਤਾ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਾਣ ਦਾ ਕੀ ਪ੍ਰੋਸੀਜਰ ਹੈਗਾ ਆ ਉੱਥੇ ਇਹਨਾਂ ਨੂੰ ਆਪਣਾ ਕਰਕੇ ਵਕੀਲ ਤੇ ਇਹਨਾਂ ਨੂੰ ਇਹ ਸਾਰੀ ਗੱਲ ਕਰਨੀ ਚਾਹੀਦੀ ਹੈ ਵੀ ਇਹਨਾਂ ਨੇ ਪੋਜੈਸ਼ਨ ਕਿਹੜੇ ਹਾਲਾਤਾਂ 'ਚ ਲਿੱਤਾ, ਕੀ ਸਰਕਮਸਟੈਂਸਿਸ ਸੀਗੇ, ਕੀ 7 ਸਾਲ ਦੇ ਬੱਚੇ ਕੋਲੋਂ ਐਦਾਂ ਮਤਲਬ ਗਿਫਟ ਲੈਣਾ, ਉਹ ਵੀ ਆਪਣੇ ਮੁਲਕ 'ਚ ਬੁਲਾ ਕੇ ਆਪਣੇ ਕਮਰੇ 'ਚ ਵਿੱਚ ਕੀ ਇਹ ਜਾਇਜ਼ ਹੈ, ਜਦ ਕਿ ਉਸ ਬੱਚੇ ਦੀ ਮਦਰ ਉਸ ਵੇਲੇ ਜਿੰਦਾ ਸੀ, ਜਿਹੜੀ ਉਹਨੂੰ ਗਾਈਡ ਕਰ ਸਕਦੀ ਸੀ ਕਿ ਬੇਟਾ ਅਸੀਂ ਦੇਣਾ ਜਾਂ ਨਹੀਂ ਦੇਣਾ, ਜਾਂ ਇਹ ਸਾਡੀ ਵਿਰਾਸਤ ਦੀ ਚੀਜ਼ ਆ। ਮਦਰ ਨੂੰ ਸਾਈਡ ਤੇ ਕਰਕੇ ਬੱਚੇ ਨੂੰ ਮੂਹਰੇ ਕਰਕੇ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ ਵੀ ਮਾਂ ਨੂੰ ਪੁੱਤ ਤੋਂ ਅਲੱਗ ਕਰਕੇ ਪੁੱਤ ਤੋਂ ਤੁਸੀਂ ਚੀਜ਼ ਖੋਹ ਲਈ, ਤੇ ਜੇ ਮਾਂ ਉਹਨੂੰ ਸਮਝਾਉਣ ਵਾਲੀ ਹੁੰਦੀ ਵੀ ਬੇਟਾ ਇਹ ਨਹੀਂ ਦੇਣਾ ਬਣਦਾ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਟ੍ਰੀਟੀ ਹੋ ਹੀ ਨਹੀਂ ਸੀ ਸਕਦੀ। ਇਹ ਤਾਂ ਗਲਤ ਹੈਗੀ ਹੈ ਜੀ। ਸੋ ਲੱਗਦਾ ਸਰਕਾਰ ਨੂੰ ਹੁਣ ਯਤਨ ਕਰਨੇ ਚਾਹੀਦੇ ਕਿ ਇਸ ਨੂੰ ਵਾਪਸ ਲਿਆਂਦਾ ਜਾਵੇ। ਬਿਲਕੁਲ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹੈ ਜੀ, ਕਿਉਂਕਿ ਦੇਖੋ ਇਹ ਪਹਿਲਾਂ ਸ਼ੁਰੂਆਤ ਦੇ ਵਿੱਚ ਹਿੰਦੁਸਤਾਨ ਦੀ ਹੀ ਅਮਾਨਤ ਸੀ, ਕਿਉਂਕਿ ਇਹ ਸਾਊਥ ਦੀ ਕਿਸੇ ਮੂਰਤੀ 'ਚ ਲੱਗਿਆ ਸੀ, ਬਾਅਦ 'ਚੋਂ ਮੁਗਲਾਂ ਕੋਲੇ ਜਾਂਦਾ ਹੋਇਆ, ਫਿਰ ਦੁਬਾਰਾ ਮਹਾਰਾਣਾ ਰਣਜੀਤ ਸਿੰਘ ਜੀ ਕੋਲੇ, ਇਸ ਤਰ੍ਹਾਂ ਕਈ ਬਹੁਤ ਇਹਦਾ ਲੰਬੀ ਹਿਸਟਰੀ ਹੈ, ਐਸੀ ਬੁੱਕ ਵੀ ਲਿਖੀ ਹੋਈ ਹੈ ਕਪਲ ਨੇ ਇਹਦੇ ਉੱਪਰ। ਤਾਂ ਕਾਫੀ ਕੁਛ ਹੈ, ਤਾਂ ਕਰਨਾ ਤਾਂ ਦੇਖੋ ਸਰਕਾਰ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਤਾਂ ਜਾਣਾ ਚਾਹੀਦਾ ਜੀ। ਸੋ ਬਿਲਕੁਲ ਰੋਹਿਤ ਸੱਭਰਵਾਲ ਸੀ ਜਿਨ੍ਹਾਂ ਵੱਲੋਂ ਇਹ RTI ਪਾਈ ਗਈ ਆ। ਭਾਰਤ ਸਰਕਾਰ ਵੱਲੋਂ ਜੋ ਜਵਾਬ ਦਿੱਤਾ ਗਿਆ ਉਸ ਤੋਂ ਸੰਤੁਸ਼ਟੀ ਨਹੀਂ ਹੈਗੀ। ਸੋ ਕਹਿ ਰਹੇ ਨੇ ਕਿ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਨੇ, ਇੰਟਰਨੈਸ਼ਨਲ ਕੋਰਟ ਆ ਉਹਦੇ 'ਚ ਜਾਣਾ ਚਾਹੀਦਾ ਵਾ, ਜੋ ਪ੍ਰੋਸੈਸ ਹੈਗਾ ਉਸ ਪ੍ਰੋਸੈਸ ਦੇ ਥਰੂ ਜਿਹੜਾ ਵਾ ਹੀਰਾ ਜੋ ਭਾਰਤ ਦੀ ਵਿਰਾਸਤ ਹੈਗੀ ਆ ਉਸ ਨੂੰ ਦੁਬਾਰਾ ਭਾਰਤ ਦੇ ਵਿੱਚ ਲਿਆਉਣਾ ਜ਼ਰੂਰ ਚਾਹੀਦਾ ਵਾ। ਕੈਮਰਾਮੈਨ ਵਿਜੇ ਚਾਲ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ TV।